गुड मॉर्निंग स्टूडेंट्स, वेलकम टू पंजाबी क्लास। बेटे तुसी कल पाठ 5वां कहानी सबक पढ़ी है। ਆਪਾਂ ਅੱਜ ਉਸ ਬਾਰੇ ਹੀ ਵਿਚਾਰ ਕਰਾਂਗੇ। ਮੈਂ ਤੁਹਾਨੂੰ ਦੱਸ ਦੇਵਾਂ, ਇਹ ਕਹਾਣੀਆਂ ਜੋ ਪਹਿਲਾਂ ਬਣਾਈਆਂ ਜਾਂਦੀਆਂ ਸੀ ਜਾਂ ਬਣਦੀਆਂ ਹਨ, ਇਹਨਾਂ ਵਿੱਚ ਆਪਣੇ ਸਮਾਜ ਦੀਆਂ ਕੁਝ ਸੱਚਾਈਆਂ ਹੀ ਛਿਪੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਅਤੇ ਸੇਧ ਵੀ ਮਿਲਦੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਵਿਚਰਦੇ ਹਾਂ, ਕਿਸ ਤਰ੍ਹਾਂ ਸਾਨੂੰ ਵਿਚਰਨਾ ਚਾਹੀਦਾ ਹੈ। ਇਹ ਵੀ ਕਹਾਣੀ ਇਸੇ ਤਰ੍ਹਾਂ ਹੈ, ਜਿਵੇਂ ਇਸ ਦੇ ਸਬਕ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਵੀ ਇਸ ਵਿੱਚ ਵੀ ਸਾਨੂੰ ਕੋਈ ਸਿੱਖਿਆ ਦਿੱਤੀ ਗਈ ਹੈ। ਇਸ ਦੇ ਲੇਖਕ ਹਨ ਡਾਕਟਰ ਕੁਲਵੀਰ ਸਿੰਘ ਸੂਰੀ। ਆਪਾਂ ਅੱਜ ਇਸ ਬਾਰੇ ਵਿਚਾਰ ਕਰਾਂਗੇ। ਇਸ ਕਹਾਣੀ ਵਿੱਚ ਬੇਟੇ ਇੱਕ ਪਰਸਰਾਮ ਨਾਮ ਦਾ ਆਦਮੀ ਹੈ, ਜਿਸ ਨੇ ਬਹੁਤ ਮਿਹਨਤ ਮੁਸ਼ੱਕਤ ਕਰਕੇ ਆਪਣੇ 4 ਪੁੱਤਰਾਂ ਨੂੰ ਪਾਲਿਆ ਅਤੇ ਉਹਨਾਂ ਨੂੰ ਜਿੰਨੀ ਪੜ੍ਹਾਈ ਕਰਵਾ ਸਕਦਾ ਸੀ ਕਰਵਾਈ, ਕੰਮ ਧੰਦੇ 'ਤੇ ਲਾਇਆ, ਫਿਰ ਉਹਨਾਂ ਨੂੰ ਘਰ ਬਣਾ ਕੇ ਦਿੱਤੇ। ਮਤਲਬ ਉਹਨੇ ਆਪਣੇ ਬੱਚੇ ਸੈੱਟ ਕਰਤੇ ਬਿਲਕੁਲ, ਜਿਵੇਂ ਅੱਜ ਕੱਲ੍ਹ ਮਾਂ ਬਾਪ ਸਾਰੇ ਹੀ ਕਰ ਰਹੇ ਹਨ। ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ, ਲਿਖਾਉਂਦੇ ਹਨ, ਉਹਨਾਂ ਨੂੰ ਇਸ ਲਾਇਕ ਬਣਾ ਦਿੰਦੇ ਨੇ ਕਿ ਉਹ ਆਪਣਾ ਚੰਗਾ ਜੀਵਨ ਬਸਰ ਕਰ ਸਕਣ। ਉਸੇ ਤਰ੍ਹਾਂ ਪਰਸਰਾਮ ਨੇ ਕੀਤਾ। ਉਹਨੂੰ ਇਹ ਕਰਦਿਆਂ ਪਤਾ ਹੀ ਨਹੀਂ ਲੱਗਾ ਵੀ ਉਹ ਕਦੋਂ ਜਵਾਨੀ ਤੋਂ ਬੁਢਾਪੇ ਵਿੱਚ ਆ ਗਿਆ। ਬੁਢਾਪੇ ਦੇ ਕਾਰਨ ਹੁਣ ਉਹ ਬਿਮਾਰ ਰਹਿਣ ਲੱਗ ਪਿਆ। ਬੱਚੇ ਆਪਣੇ ਕੰਮਕਾਰ ਚਲਾਈ ਜਾ ਰਹੇ ਸੀ ਅਤੇ ਅੱਗੇ ਆਪਣੇ ਬੱਚਿਆਂ ਨੂੰ ਪਾਲ ਰਹੇ ਸੀ। ਉਹਨਾਂ 4 ਕੋਲ, ਉਸਦੇ 4 ਪੁੱਤਰ ਸੀ, ਉਹਨਾਂ 4 ਕੋਲ ਇਹ ਟਾਈਮ ਨਹੀਂ ਸੀ ਵੀ ਆਪਣੇ ਪਿਤਾ ਨੂੰ ਕਿਸੇ ਡਾਕਟਰ ਕੋਲ ਲੈ ਜਾਣ ਅਤੇ ਉਸਦਾ ਇਲਾਜ ਕਰਵਾਉਣ। ਜਦੋਂ ਆਪਾਂ ਕਿਸੇ ਬਿਮਾਰੀ ਦਾ ਇਲਾਜ ਨਹੀਂ ਕਰਵਾਵਾਂਗੇ ਤਾਂ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਪਰਸਰਾਮ ਦੀ ਬਿਮਾਰੀ ਦਿਨੋਂ ਦਿਨ ਵਧਣੀ ਸ਼ੁਰੂ ਹੋ ਗਈ ਅਤੇ ਉਹ ਕਮਜ਼ੋਰ ਹੋ ਗਿਆ। ਉਹ ਸਾਰੀ ਰਾਤ ਖੰਘਦਾ ਰਹਿੰਦਾ। ਇਲਾਜ ਕਰਵਾਉਣ ਦੀ ਥਾਂ ਉਸਦੇ ਬੱਚਿਆਂ ਨੇ ਸੋਚਿਆ ਵੀ ਸਾਨੂੰ ਇਹ ਤੰਗ ਕਰਦਾ, ਸਾਡੀ ਨੀਂਦ ਖਰਾਬ ਹੁੰਦੀ ਹੈ ਰਾਤ ਨੂੰ। ਉਸਦਾ ਮੰਜਾ ਡਿਓੜੀ ਵਿੱਚ ਢਾ ਦਿੱਤਾ। ਡਿਓੜੀ ਤੋਂ ਭਾਵ ਹੈ ਬਾਹਰ ਵਾਲੇ ਗੇਟ ਦੇ ਉੱਪਰ ਛੱਤੀ ਜਗ੍ਹਾ, ਜਿਹਨੂੰ ਦਰਵਾਜ਼ਾ ਵੀ ਕਹਿ ਦਿੰਦੇ ਸੀ। ਉਹ ਸਾਰਾ ਦਿਨ ਡਿਓੜੀ 'ਚ ਪਿਆ ਇਹੀ ਸੋਚਦਾ ਰਹਿੰਦਾ ਵੀ ਮੈਂ ਬੱਚਿਆਂ ਲਈ ਕੀ ਕਰਦਾ ਸੀ। ਜਦੋਂ ਇਹਨਾਂ ਨੂੰ ਤਕਲੀਫ ਹੁੰਦੀ ਸੀ ਮੈਂ ਭੱਜ ਕੇ ਡਾਕਟਰ ਕੋਲ ਲੈ ਜਾਂਦਾ ਸੀ, ਪਰ ਅੱਜ ਇਹ ਮੇਰਾ ਕਿਸ ਤਰ੍ਹਾਂ ਦਾ ਖਿਆਲ ਰੱਖ ਰਹੇ ਹਨ। ਉਹ ਆਪਣੇ ਸੁੱਖ 'ਚ ਇੰਨੇ ਮਸਤ ਸੀ ਕਿ ਆਪਣੇ ਪਿਤਾ ਨੂੰ ਦਵਾਈ ਦਵਾਉਣ ਦਾ ਟਾਈਮ ਹੀ ਨਹੀਂ ਸੀ, ਸਗੋਂ ਉਸ ਤੋਂ ਦੂਰ ਰਹਿਣ ਲੱਗ ਪਏ ਸਾਰੇ, ਉਸਦੇ ਪੋਤੇ ਪੋਤੀਆਂ ਅਤੇ ਨੂੰਹਾਂ ਵੀ ਇਹ ਬਿਮਾਰੀ ਸਾਨੂੰ ਨਾ ਲੱਗ ਜਾਵੇ। ਇੱਕ ਦਿਨ ਕੀ ਹੋਇਆ, ਸਾਰਾ ਆਂਢ ਗੁਆਂਢ ਅਤੇ ਪਰਸਰਾਮ ਵੀ ਹੈਰਾਨ ਹੋ ਗਿਆ, ਕਿਉਂਕਿ ਜਿਹੜੇ ਪੁੱਤਰਾਂ ਨੇ ਕਦੇ ਉਸ ਨੂੰ ਪੁੱਛਿਆ ਤੱਕ ਨਹੀਂ ਸੀ, ਅੱਜ ਉਹ ਉਸ ਨੂੰ ਨਵਾ ਧੋ ਕੇ ਕਿਤੇ ਲੈ ਕੇ ਜਾ ਰਹੇ ਸਨ। ਜਦੋਂ ਪੁੱਛਿਆ ਤਾਂ ਪਤਾ ਲੱਗਿਆ ਵੀ ਉਹ ਤੀਰਥ ਯਾਤਰਾ 'ਤੇ ਜਾ ਰਹੇ ਨੇ। ਪਰਸਰਾਮ ਬੜਾ ਖੁਸ਼ ਹੋਇਆ। ਬੇਟੇ ਇੱਥੇ ਜਿਵੇਂ ਲਾਈਨ ਹੈ, ਪਰਸਰਾਮ ਜੋ ਹੁਣ ਪਰਸੂ ਹੋ ਚੁੱਕਾ ਸੀ, ਇਹਦੇ ਬਾਰੇ ਦੱਸਾਂ। ਇਹ ਇੱਕ ਪੁਰਾਣੀ ਕਹਾਵਤ ਹੈ, ਪਰਸੂ ਪਰਸਾ ਪਰਸਰਾਮ ਮਾਇਆ ਤੇਰੇ 3 ਨਾਮ। ਜਦੋਂ ਆਦਮੀ ਕੋਲ ਘੱਟ ਪੈਸਾ ਹੁੰਦਾ ਹੈ ਤਾਂ ਉਹਨੂੰ ਆਮ ਨਾਮ ਨਾਲ ਬੁਲਾਇਆ ਜਾਂਦਾ ਹੈ, ਜਦ ਕਿ ਉਹਦੇ ਵਧੀਆ ਨਾਮ ਨੂੰ ਵੀ ਛੋਟਾ ਕਰ ਲਿਆ ਜਾਂਦਾ, ਜਿਵੇਂ ਪਰਸੂ ਬਣਾ ਕਹਿ ਕੇ। ਜਦੋਂ ਥੋੜ੍ਹਾ ਜਿਹਾ ਉਹ ਆਪਣੇ ਗੁਜ਼ਾਰੇ ਜੋਗਾ ਕਮਾਉਣ ਲੱਗ ਜਾਂਦਾ ਹੈ, ਆਪਣਾ ਘਰ ਦੀ ਸੈਟਿੰਗ ਹੋ ਜਾਂਦੀ ਹੈ, ਤਾਂ ਉਹਨੂੰ ਪਰਸਾ ਬਣਾ ਦਿੱਤਾ ਜਾਂਦਾ ਹੈ। ਇਹ ਲੋਕਾਂ ਦੀ ਅੱਜ ਆਪਣੇ ਸਮਾਜ ਦੀ ਸੋਚ ਹੈ ਵੀ ਉਹਨੂੰ ਉਸਦੀ ਹੈਸੀਅਤ ਨਾਲ ਹੀ ਬੁਲਾਉਂਦੇ ਨੇ ਲੋਕ। ਫਿਰ ਜਦੋਂ ਉਹ ਜ਼ਿਆਦਾ ਅਮੀਰ ਹੋ ਜਾਂਦਾ, ਜ਼ਿਆਦਾ ਪੈਸੇ ਹੋ ਜਾਂਦੇ ਨੇ, ਤਾਂ ਉਹ ਪਰਸਰਾਮ ਬਣ ਜਾਂਦਾ ਹੈ। ਉਸੇ ਤਰ੍ਹਾਂ ਜਿਹੜਾ ਪਰਸਰਾਮ ਸੀ, ਇਹਨੇ ਜਵਾਨੀ ਤੱਕ ਮਿਹਨਤ ਕਰਕੇ ਇਹ ਪਰਸਰਾਮ ਬਣ ਗਿਆ ਸੀ, ਪਰ ਹੁਣ ਬੱਚਿਆਂ ਨੇ ਜਿਹੜੀ ਇਹਦੀ ਹਾਲਤ ਕਰਤੀ ਸੀ, ਇਹ ਦੁਬਾਰਾ ਪਰਸੂ ਬਣ ਗਿਆ, ਕਿਉਂਕਿ ਬੱਚੇ ਇਸ ਦੀ ਸਾਂਭ ਸੰਭਾਲ ਨਹੀਂ ਸੀ ਕਰਦੇ। ਉਹ ਹੁਣ ਖੁਸ਼ੀ ਜਾ ਰਿਹਾ ਸੀ ਗਲੀ ਦੇ ਵਿੱਚੋਂ, ਸਾਰਿਆਂ ਨੂੰ ਦੁਆ ਸਲਾਮ ਕਰਦਾ। ਕੁਝ ਮੀਲਾਂ ਦੀ ਦੂਰੀ 'ਤੇ ਜਾ ਕੇ ਦੇਖਿਆ ਇੱਕ ਮੰਦਿਰ ਸੀ, ਜੋ ਦਰਿਆ ਦੇ ਕੰਢੇ 'ਤੇ ਬਣਿਆ ਹੋਇਆ ਸੀ। ਸਾਰੇ ਉੱਥੇ ਪਹੁੰਚ ਜਾਂਦੇ ਨੇ, ਪੁੱਤਰ ਆਪਣੇ ਪਿਤਾ ਨੂੰ ਮੱਥਾ ਟਿਕਾਉਂਦੇ ਨੇ ਅਤੇ ਉਸ ਨੂੰ ਉੱਥੇ ਘਰੋਂ ਲੈ ਕੇ ਗਏ ਖਾਣਾ ਖਵਾਉਂਦੇ ਨੇ। ਫਿਰ ਉਹ ਉਸ ਨੂੰ ਇਸ਼ਨਾਨ ਕਰਾਉਣ ਦੇ ਬਹਾਨੇ ਦਰਿਆ ਵੱਲ ਲੈ ਜਾਂਦੇ ਨੇਗੇ। ਜਦੋਂ ਦਰਿਆ ਵੱਲ ਲੈ ਕੇ ਜਾਂਦੇ ਨੇ ਤਾਂ ਪਰਸਰਾਮ ਨੂੰ ਲੱਗਿਆ ਵੀ ਦਾਲ ਵਿੱਚ ਕੁਝ ਕਾਲਾ ਹੈ। ਦਾਲ ਵਿੱਚ ਕਾਲਾ ਮਤਲਬ ਬੇਈਮਾਨੀ
ਦਿਸਣੀ, ਬੇਈਮਾਨੀ ਨਜ਼ਰ ਆ ਜਾਣੀ। ਉਸਨੇ ਮੁੰਡਿਆਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ, ਪਰ ਉਹ ਕੁਝ ਨਹੀਂ ਬੋਲਦੇ, ਜਿਵੇਂ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹੋਣ। ਘੁੰਗਣੀਆਂ ਹੁੰਦੀਆਂ ਉਬਾਲੇ ਹੋਏ ਛੋਲੇ, ਉਹਨਾਂ ਤੋਂ ਬਣਾਈਆਂ ਜਾਂਦੀਆਂ ਇਹ ਘੁੰਗਣੀਆਂ। ਇਸ ਤੋਂ ਭਾਵ ਹੈ ਕਹਾਵਤ ਤੋਂ, ਜਿਵੇਂ ਆਪਾਂ ਜਦੋਂ ਆਪਣੇ ਮੂੰਹ ਵਿੱਚ ਕੁਝ ਹੁੰਦਾ ਤਾਂ ਆਪਾਂ ਬੋਲ ਨਹੀਂ ਸਕਦੇ, ਤਾਂ ਕਹਿੰਦੇ ਮੂੰਹ ਵਿੱਚ ਜਿਵੇਂ ਘੁੰਗਣੀਆਂ ਪਾਈਆਂ ਹੋਣ। ਉਹ ਬਿਲਕੁਲ ਨਹੀਂ ਬੋਲੇ, ਬਿਲਕੁਲ ਚੁੱਪ ਰਹਿਣਾ। ਡੂੰਘੇ ਪਾਣੀ ਵੱਲ ਲੈ ਕੇ ਉਸ ਨੂੰ ਜਾ ਰਹੇ ਸੀ। ਫਿਰ ਇੱਕ ਥਾਂ ਜਾ ਕੇ ਉਹ ਖਲੋ ਗਏ, ਖੜ ਗਏ ਤੇ ਬੋਲਣ ਲੱਗੇ, ਬਾਪੂ ਤੇਰੀ ਖੰਘ ਅਤੇ ਬਿਮਾਰੀ ਤੋਂ ਸਾਰਾ ਪਰਿਵਾਰ ਦੁਖੀ ਹੋਇਆ ਪਿਆ, ਇਸ ਲਈ ਤੈਨੂੰ ਤੇਰੇ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਆਏ ਹਾਂ। ਪਰਸ਼ੁਰਾਮ ਨੂੰ ਬਹੁਤ ਝਟਕਾ ਲੱਗਾ, ਪਰ ਫਿਰ ਵੀ ਉਸਨੇ ਕਹਿੰਦਾ ਤੁਸੀਂ ਇਹ ਚੰਗਾ ਕਰਨ ਲੱਗੇ ਹੋ। ਤੁਹਾਡੇ ਵਰਗੇ ਸਿਆਣੇ ਤੇ ਲਾਇਕ ਪੁੱਤਰਾਂ ਕੋਲੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ। ਹੁਣ ਪਰ ਮੇਰੀ ਇੱਕ ਆਖਰੀ ਇੱਛਾ ਪੂਰੀ ਕਰ ਦਿਓ। ਸਾਰੇ ਬੋਲੇ, ਕਿਹੜੀ ਆਖਰੀ ਇੱਛਾ? ਪਰਸ਼ੁਰਾਮ ਨੇ ਕਿਹਾ, ਉਹ ਜਿਹੜਾ ਸਾਹਮਣੇ ਵੱਡਾ ਪੱਥਰ ਪਿਆ ਹੈ, ਉੱਥੇ ਪਾਣੀ ਕਾਫੀ ਡੂੰਘਾ ਹੈ ਤੇ ਵਹਾਓ ਵੀ ਤੇਜ਼ ਹੈ, ਮੈਨੂੰ ਉੱਥੇ ਸੁੱਟ ਆਓ ਤੁਸੀਂ। ਪੁੱਤਰ ਇਹ ਸੁਣ ਕੇ ਹੈਰਾਨ ਹੋ ਗਏ, ਕਿਉਂਕਿ ਉਹ ਸੋਚਦੇ ਸੀ ਵੀ ਬਾਪੂ ਪਹਿਲਾਂ ਇੱਥੇ ਕਦੋਂ ਆਇਆ, ਇਹਨੂੰ ਕੀ ਪਤਾ ਵੀ ਉੱਥੇ ਪਾਣੀ ਡੂੰਘਾ ਹੈਗਾ। ਉਹ ਪੁੱਛਣ ਲੱਗੇ, ਤੈਨੂੰ ਕਿਵੇਂ ਪਤਾ ਹੈ ਵੀ ਉਸ ਥਾਂ 'ਤੇ ਪਾਣੀ ਤੇਜ਼ ਹੈ ਤੇ ਡੂੰਘਾ ਹੈ? ਪਰਸ਼ੁਰਾਮ ਨੇ ਇੱਕ ਮਨ ਘੜਤ ਕਹਾਣੀ ਉਹਨਾਂ ਨੂੰ ਸਬਕ ਸਿਖਾਉਣ ਲਈ ਝੂਠੀ ਕਹਾਣੀ ਬਣਾਉਂਦੇ ਹੋਏ ਕਹਿੰਦਾ ਇਹ ਉਹ ਥਾਂ ਹੈ ਜਿੱਥੇ ਮੈਂ ਆਪਣੇ ਪਿਓ ਨੂੰ ਡੋਬਿਆ ਸੀ। ਸਾਰੇ ਪੁੱਤਰ ਡਰ ਗਏ, ਹੈਰਾਨ ਰਹਿ ਗਏ। ਉਹਨਾਂ ਨੂੰ ਇੱਕ ਰੰਗ ਆਵੇ ਇੱਕ ਜਾਵੇ, ਯਾਨੀ ਕਿ ਬਹੁਤ ਡਰ ਜਾਣਾ। ਉਹਨਾਂ ਸਾਰਿਆਂ ਨੂੰ ਆਪਣਾ ਬੁਢਾਪਾ ਨਜ਼ਰ ਆਉਣ ਲੱਗਾ ਤੇ ਉਸੇ ਥਾਂ ਆਪਣੇ ਪੁੱਤਰਾਂ ਹੱਥੋਂ ਮਰਨ ਦਾ ਨਜ਼ਾਰਾ ਵੀ ਅੱਖਾਂ ਅੱਗੇ ਆ ਗਿਆ। ਇਹ ਖਿਆਲ ਆਉਂਦਿਆਂ ਹੀ ਉਹਨਾਂ ਦੇ ਵਿਚਾਰ ਬਦਲ ਗਏ। ਉਹ ਸੋਚਣ ਲੱਗੇ ਵੀ ਜੇ ਕੱਲ੍ਹ ਆਪਣੇ ਪਿਤਾ ਨੇ ਆਪਣੇ ਪਿਤਾ ਨੂੰ ਇੱਥੇ ਮਾਰਿਆ ਹੈ ਤਾਂ ਅੱਜ ਅਸੀਂ ਇਸ ਨੂੰ ਇੱਥੇ ਮਾਰ ਰਹੇ ਹਾਂ ਤਾਂ ਕੱਲ੍ਹ ਨੂੰ ਸਾਡੇ ਬੱਚੇ ਵੀ ਸਾਨੂੰ ਇੱਥੇ ਮਾਰਨਗੇ। ਇਹ ਸੋਚ ਕੇ ਉਹ ਆਪਣੇ ਪਿਤਾ ਨੂੰ ਘਰ ਲੈ ਆਏ, ਚੰਗੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਕਰਵਾਇਆ, ਉਹਦੀ ਸੇਵਾ ਕਰਨ ਲੱਗੇ। ਸੇਵਾ ਵੀ ਕਿਉਂ ਕਰਨ ਲੱਗੇ ਬੇਟੇ? ਇਹੀ ਸੋਚ ਕੇ ਵੀ ਜੇ ਅਸੀਂ ਇਸ ਨੂੰ ਮਾਰਦੇ ਹਾਂ ਤਾਂ ਸਾਡੇ ਬੱਚੇ ਸਾਨੂੰ ਮਾਰਨਗੇ, ਜੇ ਇਸ ਦੀ ਸੇਵਾ ਕਰਾਂਗੇ ਤਾਂ ਸਾਡੇ ਬੱਚੇ ਵੀ ਸਾਡੀ ਸੇਵਾ ਕਰਨਗੇ। ਉਹ ਮਤਲਬ ਬਿਲਕੁਲ ਠੀਕ ਹੋ ਗਿਆ। ਜਦੋਂ ਉਸ ਦਾ ਇਲਾਜ ਹੋ ਗਿਆ ਤਾਂ ਠੀਕ ਹੋ ਗਿਆ ਤੇ ਮੁੜ ਤੋਂ ਪਰਸ਼ੁਰਾਮ ਬਣ ਗਿਆ, ਪਰਸੂ ਤੋਂ ਪਰਸ਼ੁਰਾਮ ਬਣ ਗਿਆ। ਇਹੀ ਕਹਾਣੀ ਹੈ ਬੇਟੇ, ਚੰਗਾ ਬੀਜ ਬੀਜਣ ਨਾਲ ਹੀ ਚੰਗਾ ਤੇ ਮਿੱਠਾ ਫਲ ਮਿਲਦਾ ਹੈ। ਕਹਿੰਦੇ ਜੇ ਆਪਾਂ ਚੰਗੇ ਕੰਮ ਕਰਾਂਗੇ ਤਾਂ ਹੀ ਉਸ ਦਾ ਚੰਗਾ ਰਿਜ਼ਲਟ ਸਾਡੇ ਸਾਹਮਣੇ ਆਵੇਗਾ। ਸਮਝ ਆ ਗਈ ਹੋਣੀ ਹੈ ਬੇਟੇ ਕਹਾਣੀ। ਜੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਹੈ ਤਾਂ ਮੇਰੇ ਨਾਲ ਗੱਲ ਕਰ ਲੈਣਾ। ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਣ ਨੂੰ ਮਿਲਿਆ ਹੈ ਕਿ ਸਾਨੂੰ ਆਪਣੇ ਮਾਂ-ਬਾਪ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ, ਉਹਨਾਂ ਨੂੰ ਬਣਦਾ ਮਾਣ ਸਤਿਕਾਰ ਅਤੇ ਇੱਜ਼ਤ ਦੇਣਾ ਚਾਹੀਦਾ। ਜਿਵੇਂ ਬੇਟੇ ਮਾਂ-ਬਾਪ ਆਪਣੇ ਲਈ ਇੰਨਾ ਕੁਛ ਕਰਦੇ ਨੇ, ਆਪਾਂ ਨੂੰ ਪਾਲ ਪੋਸ ਕੇ ਵੱਡੇ ਕਰਦੇ ਨੇਗੇ, ਫਿਰ ਆਪਣੀ ਪਰਵਰਿਸ਼ 'ਚ ਕੋਈ ਕਮੀ ਨਹੀਂ ਛੱਡਦੇ, ਪੜ੍ਹਾਉਂਦੇ ਲਿਖਾਉਂਦੇ ਨੇ, ਆਪਾਂ ਨੂੰ ਇਸ ਲਾਇਕ ਬਣਾ ਦਿੰਦੇ ਨੇ ਕਿ ਆਪਾਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੀਏ। ਅਤੇ ਉਹਨਾਂ ਦੀ ਇਸ ਉਮਰ 'ਚ, ਜਿਵੇਂ ਤੁਸੀਂ ਹੁਣ ਬੱਚੇ ਹੋ, ਤੁਹਾਡੇ ਮਾਂ-ਬਾਪ ਦੀ ਕੀ ਇੱਛਾ ਹੋਏਗੀ? ਉਹ ਸਿਰਫ ਉਹਨਾਂ ਨੂੰ ਤੁਸੀਂ ਕਿਵੇਂ ਖੁਸ਼ੀ ਦੇ ਸਕਦੇ ਹੋ? ਪੜ੍ਹਾਈ ਵਧੀਆ ਢੰਗ ਨਾਲ ਕਰਕੇ। ਉਹ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਨੇ, ਤੁਸੀਂ ਉਹਨਾਂ ਦੀ ਇਹੀ ਇੱਛਾ ਪੂਰੀ ਕਰਕੇ ਵੀ ਤੁਸੀਂ ਵਧੀਆ ਢੰਗ ਨਾਲ ਪੜ੍ਹੋ, ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਦੇ ਸਕਦੇ ਹੋ। ਅਤੇ ਵੱਡੇ ਹੋ ਕੇ ਦੇਖੋ ਆਪਾਂ ਉਹਨਾਂ ਨੂੰ ਕਿਵੇਂ ਖੁਸ਼ੀ ਦੇ ਸਕਦੇ ਹਾਂ? ਇਸੇ ਢੰਗ ਨਾਲ ਵੀ ਉਹਨਾਂ ਦੀ ਸੇਵਾ ਕਰੀਏ ਜਿਵੇਂ ਉਹਨਾਂ ਨੇ ਸਾਨੂੰ ਪਾਲਿਆ। ਦੇਖੋ ਮਾਂ-ਬਾਪ ਆਪਣੇ 3-4 ਬੱਚਿਆਂ ਨੂੰ ਪਾਲ ਸਕਦੇ ਨੇ, ਤਾਂ ਕੀ ਆਪਾਂ ਆਪਣੇ ਇਕੱਲੇ ਮਾਂ-ਬਾਪ ਨੂੰ ਨਹੀਂ ਪਾਲ ਸਕਦੇ? ਉਹਨਾਂ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦੇ? ਜਦ ਕਿ ਬਚਪਨ ਵਿੱਚ ਤਾਂ ਬਹੁਤ ਲੋੜਾਂ ਹੁੰਦੀਆਂ ਨੇ, ਤੁਹਾਡੀ ਪੜ੍ਹਾਈ ਦਾ ਖਰਚਾ, ਠੀਕ ਹੈ, ਤੁਹਾਨੂੰ ਜੋ ਵੀ ਤੁਹਾਡੇ ਸ਼ੌਕ ਨਾਲ ਸੰਬੰਧਿਤ ਖਰਚੇ ਨੇ, ਸਕੂਲ ਨਾਲ ਸੰਬੰਧਿਤ ਖਰਚੇ ਨੇ, ਸਾਰੇ ਮਾਂ-ਬਾਪ ਕਰਦੇ ਨੇ। ਪਰ ਬਜ਼ੁਰਗ ਹੋ ਕੇ ਤਾਂ ਉਹਨਾਂ ਦਾ ਕੋਈ ਖਰਚਾ ਨਹੀਂ ਹੁੰਦਾ। ਉਹੀ ਰੋਟੀ, ਕੱਪੜਾ ਅਤੇ ਮਕਾਨ, ਜਿਹੜੀਆਂ ਮੇਨ ਲੋੜਾਂ ਨੇ। ਰਹਿਣ ਲਈ ਉਹਨਾਂ ਨੂੰ ਚੰਗਾ ਘਰ ਦਿੱਤਾ ਜਾਵੇ, ਠੀਕ ਹੈ, ਟਾਈਮ ਸਿਰ ਰੋਟੀ ਦਿੱਤੀ ਜਾਵੇ ਅਤੇ ਧੋਤੇ ਹੋਏ ਕੱਪੜੇ ਦਿੱਤੇ ਜਾਣ, ਇਹੀ ਉਹਨਾਂ ਦੀਆਂ ਲੋੜਾਂ ਹੁੰਦੀਆਂ ਨੇ। ਆਪਾਂ ਇਹ ਅਤੇ ਉਹਨਾਂ ਨੂੰ ਪਿਆਰ ਸਤਿਕਾਰ ਦਿੱਤਾ ਜਾਵੇ, ਇੰਨੇ 'ਚ ਹੀ ਉਹ ਖੁਸ਼ ਹੋ ਜਾਂਦੇ ਨੇ। ਇਸ ਕਰਕੇ ਸਾਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ
ਹੁਣ ਵੀ ਮਾਂ-ਬਾਪ ਦੀਆਂ ਇੱਛਾਵਾਂ ਦਾ ਖਿਆਲ ਰੱਖੋ ਕਿ ਉਹਨਾਂ ਨੂੰ ਪੜ੍ਹ ਲਿਖ ਕੇ ਆਪਾਂ ਖੁਸ਼ੀ ਦੇਈਏ, ਉਹ ਆਪਣੇ ਲਈ ਇੰਨਾ ਕੁਛ ਕਰਦੇ ਨੇ, ਅਤੇ ਵੱਡੇ ਹੋ ਕੇ ਵੀ ਉਹਨਾਂ ਦੀ ਸੇਵਾ ਦਿਲੋਂ ਕਰੀਏ ਤਾਂ ਕਿ ਉਹਨਾਂ ਨੇ ਆਪਣੇ ਲਈ ਸਾਰਾ ਕੁਝ ਕੀਤਾ ਹੈ। ਆਪਣੇ ਸ਼ੌਕ ਕੁਰਬਾਨ ਕਰਕੇ ਉਹਨਾਂ ਨੇ ਆਪਣੇ ਸ਼ੌਕ ਪੂਰੇ ਕੀਤੇ ਹੁੰਦੇ ਨੇ। ਇਹੀ ਸਿੱਖਣ ਨੂੰ ਮਿਲਿਆ ਬੇਟੇ ਆਪਾਂ ਨੂੰ ਇਸ ਸਟੋਰੀ ਤੋਂ। ਤੁਸੀਂ ਹੁਣ ਸਾਰੇ ਬੱਚਿਆਂ ਨੇ ਇਹੀ ਸਿੱਖਣਾ ਹੈ ਵੀ ਆਪਾਂ ਆਪਣੇ ਮਾਂ-ਬਾਪ ਦਾ ਦਿਲੋਂ ਇੱਜ਼ਤ ਕਰਨੀ ਹੈ। ਉਹਨਾਂ ਦੀ ਇੱਛਾ, ਸਿਰਫ ਕੀ ਇੱਛਾ ਹੈ ਵੀ ਸਾਡੇ ਬੱਚੇ ਪੜ੍ਹਨ, ਚੰਗਾ ਪੜ੍ਹਨ, ਤਾਂ ਆਪਾਂ ਪੜ੍ਹਨਾ ਹੈਗਾ ਧਿਆਨ ਨਾਲ। ਸਾਰੇ ਬੱਚੇ ਆਪਣੇ ਮਾਂ-ਬਾਪ ਦੀ ਇੱਛਾ ਪੂਰੀ ਕਰੋ, ਅਤੇ ਵੱਡੇ ਹੋ ਕੇ ਵੀ, ਜਿਵੇਂ ਪੰਜਾਬੀ ਦੀ ਕਹਾਵਤ ਹੈ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ। ਉਸੇ ਤਰ੍ਹਾਂ ਇਹਦੇ ਵਿੱਚ ਦੱਸਿਆ ਗਿਆ ਜਿਹੋ ਜਿਹਾ ਆਪਾਂ ਜੋ ਕੁਝ ਕਰਾਂਗੇ ਅੱਗੇ ਆਪਣੇ ਨਾਲ ਵੀ ਉਹੋ ਜਿਹਾ ਹੋਵੇਗਾ। ਇਸ ਕਰਕੇ ਆਪਾਂ ਚੰਗਾ ਕਰੀਏ, ਮਾਂ-ਬਾਪ ਦੀ ਖੁਸ਼ੀ ਦਾ ਖਿਆਲ ਰੱਖੀਏ। ਉਹ ਆਪਾਂ ਨੂੰ ਬਹੁਤ ਕੁਝ ਦੇ ਰਹੇ ਨੇ ਅਤੇ ਆਪਾਂ ਵੀ ਉਹਨਾਂ ਨੂੰ ਖੁਸ਼ੀ ਦੇਈਏ। ਵੱਡੇ ਹੋ ਕੇ ਉਹਨਾਂ ਦੀ ਦਿਲੋਂ ਇੱਜ਼ਤ ਕਰੀਏ। ਠੀਕ ਹੈ ਬੇਟੇ, ਸਮਝ ਆਈ ਹੈ? ਜੇਕਰ ਕੋਈ ਦਿੱਕਤ ਹੋਈ ਤਾਂ ਮੈਨੂੰ ਪੁੱਛਣਾ। ਹੁਣ ਆਪਾਂ ਇਹਦੇ ਵਿੱਚੋਂ ਕੁਝ ਕੁਐਸਚਨ ਕਰ ਰਹੇ ਹਾਂ। ਪਰਸ਼ੁਰਾਮ ਦੇ ਕਿੰਨੇ ਪੁੱਤਰ ਸਨ? ਪਰਸ਼ੁਰਾਮ ਦੇ 4 ਪੁੱਤਰ ਸਨ। ਪੁੱਤਰ ਮਾਰਨ ਲਈ ਪਰਸ਼ੁਰਾਮ ਨੂੰ ਕਿੱਥੇ ਲੈ ਕੇ ਜਾ ਰਹੇ ਸਨ? ਪੁੱਤਰ ਮਾਰਨ ਲਈ ਪਰਸ਼ੁਰਾਮ ਨੂੰ ਇੱਕ ਮੰਦਰ ਜੋ ਦਰਿਆ ਦੇ ਕੰਢੇ 'ਤੇ ਬਣਿਆ ਹੋਇਆ ਸੀ, ਉੱਥੇ ਲੈ ਕੇ ਜਾ ਰਹੇ ਸਨ। ਕੀ ਪਰਸ਼ੁਰਾਮ ਨੇ ਸੱਚੀ ਆਪਣੇ ਪਿਤਾ ਨੂੰ ਮਾਰਿਆ ਸੀ? ਨਹੀਂ, ਪਰਸ਼ੁਰਾਮ ਨੇ ਆਪਣੇ ਪੁੱਤਰਾਂ ਨੂੰ ਸਮਝਾਉਣ ਲਈ ਇਹ ਇੱਕ ਝੂਠੀ ਕਹਾਣੀ ਬਣਾ ਕੇ ਦੱਸੀ ਸੀ। ਕੀ ਕਹਾਣੀ ਦਾ ਨਾਂ ਸਹੀ ਹੈ? ਕਹਾਣੀ ਦਾ ਨਾਂ ਸਬਕ, ਜਿਸ ਤੋਂ ਸਾਨੂੰ ਸਬਕ, ਸਿੱਖਿਆ ਮਿਲਦੀ ਹੈ। ਹਾਂ, ਇਹ ਬਿਲਕੁਲ ਸਹੀ ਹੈ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਿਵੇਂ ਮਾਂ-ਬਾਪ ਸਾਡੇ ਲਈ ਬਹੁਤ ਕੁਝ ਕਰਦੇ ਹਨ, ਸਾਨੂੰ ਵੀ ਬੁਢਾਪੇ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ, ਉਹਨਾਂ ਨੂੰ ਪਿਆਰ ਨਾਲ ਰੱਖਣਾ ਚਾਹੀਦਾ ਹੈ। ਸ਼ਬਦ ਅਰਥ: ਨੀਂਦਰ, ਨੀਂਦ, ਡਿਉੜੀ, ਦਰਵਾਜ਼ਾ, ਘਰ ਦੇ ਬਾਹਰਲੇ ਗੇਟ ਨਾਲ ਛੱਤੀ ਜਗ੍ਹਾ। ਤੀਰਥ ਯਾਤਰਾ, ਧਾਰਮਿਕ ਸਥਾਨ 'ਤੇ ਜਾਣਾ। ਕੰਢੇ, ਕਿਨਾਰੇ, ਡੂੰਘਾ, ਗਹਿਰਾ, ਲਾਇਕ, ਚੰਗਾ, ਵਹਾਓ, ਪਾਣੀ ਦਾ ਵਗਣਾ। ਬੇਟੇ ਸ਼ਬਦ ਅਰਥ ਅਤੇ ਪ੍ਰਸ਼ਨ ਉੱਤਰ ਤੁਸੀਂ ਸੋਹਣੀ ਲਿਖਾਈ ਵਿੱਚ ਆਪਣੀ ਕਾਪੀ 'ਤੇ ਲਿਖਣੇ ਹਨ। ਆਪਾਂ ਜੋ ਵੀ ਕਿਤਾਬ ਤੇ ਚੈਪਟਰ ਦੇ ਬਾਅਦ ਪ੍ਰਸ਼ਨ ਉੱਤਰ, ਸ਼ਬਦ ਅਰਥ, ਵਾਕ ਅਤੇ ਜੋ ਮੈਂ ਇੰਟਰਨਲ ਕੁਐਸਚਨ ਅਤੇ ਸ਼ਬਦ ਅਰਥ ਕਰਵਾਉਂਦੀ ਹਾਂ, ਸਾਰੇ ਹੀ ਕਾਪੀ ਦੇ ਉੱਤੇ ਸੁੰਦਰ ਲਿਖਾਈ ਵਿੱਚ ਲਿਖਣੇ ਹੁੰਦੇ ਹਨ। ਹੋਰ ਜੇਕਰ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਨਾਲ ਉਹ ਗੱਲ ਕਰ ਲੈਣ। ਧੰਨਵਾਦ।